ਦਰਸ਼ਨ ਸਿੰਘ ਅੱਜ ਫੇਰ ਉਦਾਸ ਨਿਰਾਸ਼ ਘਰ ਵਾਪਸ ਆਇਆ ਅਤੇ ਉਸ ਦੀ ਘਰਵਾਲੀ ਜੀਤੋ ਨੇ ਪੁੱਛਿਆ, ਕੀ ਹੋਇਆ? ਬਣਿਆ ਕੁਛ? ਕੁਛ ਨਹੀਂ ਬਣਿਆ। ਕਿਉਂ? ਕੀ ਪਤਾ, ਖਬਰੇ ਕੀ ਗੋਲੀ ਵੱਜੀ ਇਹਨਾਂ ਦੇ। ਮਿਆਣੇ ਕਿੱਥੇ ਨੇ? ਹੁਣੇ ਗਏ ਨੇ ਬਾਹਰ ਨੂੰ, ਪਹਿਲਾਂ ਪੜੀ ਜਾਂਦੇ ਸੀ। ਪਤਾ ਨਹੀਂ ਕਦੋਂ ਨਿਬੜੇ ਗਏ ਕਚਹਿਰੀਆਂ ਦਾ ਸਿਆਪਾ। ਕਿੰਨੇ ਵਾਰ ਕਿਹਾ, ਕੀ ਪਿਆ ਇੰਨਾ ਕਚਹਿਰੀਆਂ ਵਿੱਚ? ਚੰਗਾ ਭਲਾ ਕੰਮ ਕਰਦੇ ਸੀ, ਸਭ ਕੁਝ ਛੱਡ ਕੇ ਇਸ ਦੇ ਪਿੱਛੇ ਪਏ ਹੋ। ਵੇਖਦੀ ਆ ਰਸੋਈ ਵਿੱਚ ਕੁਝ ਹੈਗਾ, ਜਾਂ ਅੱਜ ਵੀ ਪਾਣੀ ਪੀ ਕੇ ਹੀ ਜਾਣਗੇ। ਕੀ ਕਰਾਂ ਮੈਂ? ਹੇ ਵਾਹਿਗੁਰੂ, ਕੋਈ ਰਸਤਾ ਵਿਖਾ। बहुत भूख लगी है बेबे, भोजन हाजिर करो। ਮੈਨੂੰ ਮਾਫ ਕਰ ਦਿਓ ਮੇਰੇ ਬੱਚਿਓ, ਅੱਜ ਇਹ ਸਿਰਫ ਚੌਲ ਨੇ। क्या बात है। तो चमचे चौल ਅਤੇ ਫਿਰ ਪੀਓ ਬਾਬਾ ਜੀ ਦਾ ਅੰਮ੍ਰਿਤ ਤੇ ਲਓ ਨਜ਼ਾਰੇ ਸੱਚਖੰਡ ਦੇ। ਭਾਵੇਂ ਜਵਾਕ ਨੇ ਪਰ ਸਮਝਦਾਰ ਨੇ, ਜਾਣਦੇ ਨੇ ਕਰਦੇ ਹਾਲਾਤ। ਜਦੋਂ ਕਦੇ ਖਾਣ ਲਈ ਕੁਝ ਨਹੀਂ ਹੁੰਦਾ, ਗੁਰਦੁਆਰਾ ਸਾਹਿਬ ਦਾ ਜਲ ਪੀ ਲੈਂਦੇ ਨੇ। ਉਹ ਬਾਬਾ ਜੀ ਦਾ ਅੰਮ੍ਰਿਤ ਹੈ। ਮਾਂ ਨੇ ਜਿਹੜੇ ਚੌਲ ਪਾਏ, ਉਹਨਾਂ ਨੇ ਉਹਨਾਂ ਵਿੱਚੋਂ ਵੀ ਅੱਧੇ ਛੱਡ ਦਿੱਤੇ ਮਾਂ ਲਈ। ਨਾ ਖਾਣ ਨੂੰ, ਨਾ ਕੱਪੜੇ, ਨਾ ਕੋਈ ਹੋਰ ਚੀਜ਼। ਪਰ ਫਿਰ ਵੀ ਆਸ ਬਾਕੀ। ਜਾਇਦਾਦ ਦਾ ਕੇਸ ਜੇ ਜਿੱਤ ਗਏ ਤਾਂ ਸਭ ਕੁਝ ਵਾਪਸ। ਇੱਕ ਦਿਨ ਰੁੱਖ ਦੇ ਨੀਚੇ ਦਾਦਾ ਜੀ ਨੂੰ ਬੈਠਾ ਦੇਖ ਕੇ ਰਾਜੂ ਉਹਨਾਂ ਕੋਲ ਗਿਆ ਅਤੇ ਬੋਲਿਆ, ਦਾਦਾ ਜੀ, ਇਹ ਅਦਾਲਤ ਵਿੱਚ ਕੀ ਲੜਾਈ ਹੈ? ਮੇਰੇ ਪਿਆਰੇ ਪੁੱਤਰ, ਜੇ ਮੈਂ ਤੁਹਾਨੂੰ ਦੱਸ ਦਿੱਤਾ ਫਿਰ ਵੀ ਸਮਝ ਨਹੀਂ ਆਉਣਾ, ਕਿਉਂਕਿ ਤੇਰੀ ਬੁੱਧੀ ਅਜੇ ਨਾਦਾਨ ਹੈ। ਉਸੇ ਵੇਲੇ ਉਥੇ ਸੁਖਦੇਵ ਆ ਗਿਆ। ਤੁਸੀਂ ਦੱਸੋ ਤਾਂ ਸਹੀ, ਹੁਣ ਜ਼ਮਾਨਾ ਉਹ ਨਹੀਂ ਰਿਹਾ, ਬੱਚੇ ਬਹੁਤ ਸਿਆਣੇ ਨੇ। ਮੇਰਾ ਇੱਕ ਛੋਟਾ ਭਰਾ ਹੈ, ਉਹ ਗਲਤ ਸੰਗਤ ਵਿੱਚ ਸੀ ਅਤੇ ਮੇਰੇ ਮਾਪਿਓ ਨੂੰ ਇਸ ਬਾਰੇ ਪਤਾ ਸੀ। ਉਹਨਾਂ ਨੇ ਜਾਇਦਾਦ ਸਾਰੀ ਮੇਰੇ ਨਾਮ ਤੇ ਕੀਤੀ ਅਤੇ ਮੇਰੇ ਭਰਾ ਨੂੰ ਕੁਝ ਨਹੀਂ ਦਿੱਤਾ। ਪਰ ਮੇਰਾ ਭਰਾ ਚਲਾਕ ਸੀ ਅਤੇ ਮੈਨੂੰ ਉਸ ਦੀ ਚਲਾਕੀ ਦਿਖਾਈ ਨਹੀਂ ਦਿੱਤੀ। ਮੈਂ ਯਕੀਨ ਕਰਦਾ ਸੀ। ਉਸਨੇ ਜਾਲੀ ਕਾਗਜ਼ ਬਣਾਏ, ਸਾਰੀ ਪ੍ਰਾਪਰਟੀ ਮੇਰੇ ਮਾਂ-ਪਿਓ ਦੇ ਮਰਨ ਤੋਂ ਬਾਅਦ ਹਥਿਆ ਲਈ। ਪਹਿਲਾਂ ਤਾਂ ਮੇਰੀ ਸ਼ਰਾਫਤ ਕਰਕੇ ਮੈਂ ਰੁਕਿਆ ਹੋਇਆ ਸੀ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਗਲਤੀ ਕਰਕੇ ਮੇਰੇ ਪੁੱਤਰ ਨੂੰ ਗਰੀਬੀ ਵਿੱਚ ਜਿਉਣਾ ਪੈ ਰਿਹਾ। ਇਸੇ ਕਰਕੇ ਮੈਂ ਦੁਬਾਰਾ ਕੇਸ ਕੀਤਾ। ਹੁਣ ਮੇਰੇ ਕੋਲ ਸਬੂਤ ਵੀ ਨੇ। ਪਰ ਤੁਸੀਂ ਕਿਹਾ ਉਹ ਗਲਤ ਸੰਗਤ ਵਿੱਚ ਹੈ। ਹੁਣ ਤੱਕ ਤਾਂ ਉਸਨੇ ਸਾਰਾ ਕੁਝ ਉਡਾ ਦਿੱਤਾ ਹੋਵੇਗਾ, ਅਤੇ ਫਿਰ ਉਸ ਦੀ ਪਤਨੀ ਅਤੇ ਬੱਚੇ? ਉਹ ਸ਼ਰਾਬੀ ਅਤੇ ਜੁਆਰੀ ਹੈ। ਉਸ ਵਰਗੇ ਹੋਰ ਦੋਸਤ ਉਸ ਦੇ ਨਾਲ ਹੀ ਹਵੇਲੀ 'ਚ ਰਹਿੰਦੇ ਹਨ। ਸਾਡੇ ਪੂਰਵਜ ਬਹੁਤ ਸਿਆਣੇ ਸਨ। ਉਹਨਾਂ ਦੁਆਰਾ ਖਰੀਦੀਆਂ ਪ੍ਰਾਪਰਟੀਆਂ ਬਾਰੇ ਸਮਝਣ ਲਈ ਵਿਵੇਕ ਚਾਹੀਦਾ। ਉਸ ਦੇ ਹੱਥ ਜੋ ਸੋਨਾ ਜਾਂ ਪੈਸਾ ਜਾਂ ਕੋਈ ਕੀਮਤੀ ਸਮਾਨ ਲੱਗਦਾ ਹੈ, ਉਹ ਖਾ ਜਾਂਦਾ ਹੈ। ਇਹ ਸਿਰਫ ਜ਼ਮੀਨਾਂ ਦਾ ਠੇਕਾ ਹੈ। ਅੱਜ ਘਰ ਵਿੱਚ ਕੁਝ ਨਹੀਂ ਬਣਾਉਣ ਲਈ ਜੀਤੋ ਆਪਣੀ ਸਹੇਲੀ ਦੇ ਘਰ ਆਟਾ ਮੰਗਣ ਜਾ ਰਹੀ ਹੈ। ਪਤੀਲੇ ਨੂੰ ਚੁੰਨੀ ਹੇਠ ਰੱਖੇ ਤਾਂ ਕਿ ਲੋਕ ਦੇਖ ਨਾ ਲੈਣ, ਕਿਉਂਕਿ ਸ਼ਰਮ ਵੀ ਆਉਂਦੀ ਹੈ। ਪ੍ਰੀਤਮ ਦਰਵਾਜ਼ੇ ਉੱਤੇ ਹੀ ਖੜੀ ਹੈ। ਭੈਣੇ, ਕਿਰਪਾ ਕਰਕੇ ਥੋੜਾ ਜਿਹਾ ਆਟਾ ਦੇ। ਅੱਜ ਸਵੇਰੇ ਇਹਨਾਂ ਨੂੰ ਕਿਹਾ ਸੀ, ਸ਼ਾਮ ਨੂੰ ਲੈ ਕੇ ਆਉਣਗੇ ਤਾਂ ਵਾਪਸ ਕਰ ਜਾਉ। ਲੈ, ਇਹ ਵੀ ਕੋਈ ਗੱਲ ਹੈ। ਸੁਖ ਨਾਲ ਤੇਰਾ ਘਰ ਏ। ਜੀ ਆਇਆਂ ਨੂੰ, ਜਦੋਂ ਮਰਜ਼ੀ ਆਓ। ਜੋ ਕੁਝ ਚਾਹੀਦਾ ਬੇਝਿਜਕ ਕਹੋ। ਉਹ ਤਾਂ ਪਤੀਲਾ ਲੈ ਕੇ ਅੰਦਰ ਚਲੀ ਗਈ, ਪਰ ਉਸਦੀ ਸੱਸ ਆ ਗਈ। ਸਤਿ ਸ੍ਰੀ ਅਕਾਲ ਬੇਬੇ। ਇਸ ਤਰ੍ਹਾਂ ਲੱਗਦਾ ਜਿਵੇਂ ਉਸਨੂੰ ਜੀਤੋ ਵਧੀਆ ਨਹੀਂ ਲੱਗਦੀ। ਜਦੋਂ ਉਸਨੇ ਦੇਖਿਆ ਕਿ ਪ੍ਰੀਤਮ ਜੀਤੋ ਨੂੰ ਆਟਾ ਦੇ ਰਹੀ ਹੈ, ਉਹ ਬੋਲੀ, ਹੁਣ ਇਹ ਕੰਮ ਫੜ ਲਿਆ, ਜਵਾਕਾਂ ਨੂੰ ਭੇਜ ਦੇਵੀਂ ਕੱਲ ਨੂੰ ਪਿੰਡ ਵਿੱਚ। ਪ੍ਰੀਤਮ ਨੇ ਗੁੱਸੇ ਨਾਲ ਕਿਹਾ, ਓਹੋ ਬੇਬੇ, ਕਿੰਨੇ ਵਾਰ ਕਿਹਾ, ਜਦੋਂ ਤੈਨੂੰ ਗੱਲ ਦਾ ਨਹੀਂ ਪਤਾ ਨਾ ਬੋਲਿਆ ਕਰ। ਸਾਰਾ ਪਿੰਡ ਪਰਿਵਾਰ ਹੈ, ਕੀ ਪਤਾ ਕੱਲ ਨੂੰ ਲੋੜ ਸਾਨੂੰ ਪੈ ਜਾਵੇ। ਮਾਫ ਕਰੀ ਭੈਣ, ਉਮਰ ਦੇ ਹਿਸਾਬ ਨਾਲ ਦਿਮਾਗ ਖਰਾਬ ਹੋ ਗਿਆ ਇਸਦਾ। ਭਰੀਆਂ ਅੱਖਾਂ ਨਾਲ ਆਟਾ ਲੈ ਆਈ। ਦਰਸ਼ਨ ਬੱਚਿਆਂ ਨਾਲ ਬੈਠਾ ਸੀ, ਪਰ ਜੀਤੋ ਦੀਆਂ ਭਰੀਆਂ ਅੱਖਾਂ ਵੇਖ ਕੇ ਬੱਚੇ ਉੱਠ ਬਾਹਰ ਚਲੇ ਗਏ। ਲੋੜ ਆਦਮੀ ਨੂੰ ਕਿੰਨਾ ਬੇਬਸ ਕਰ ਦਿੰਦੀ ਹੈ। ਕੀ ਹੋ ਗਿਆ? ਜੀਤੋ ਨੇ ਦਰਸ਼ਨ ਸਭ ਕੁਝ ਦੱਸਿਆ। ਮੈਨੂੰ ਜਾਪਦਾ ਹੈ ਕਿ ਪ੍ਰੀਤਮ ਦੀ ਸੱਸ ਨੇ ਸਹੀ ਕਿਹਾ ਹੈ। ਵਾਹਿਗੁਰੂ,
ਕਦੇ ਨਾ ਕਦੇ ਦਿਨ ਬਦਲੇਗਾ। ਦਰਸ਼ਨ ਸਿੰਘ ਰਾਜੂ ਨੂੰ ਨਾਲ ਕੇ ਕਿਤੇ ਜਾ ਰਿਹਾ। ਰਸਤੇ ਵਿੱਚ ਉਸ ਦਾ ਪਿਤਾ ਬੈਠਾ ਦਿਸਿਆ। ਦਰਸ਼ਨ ਸਿੰਘ ਦੂਰ ਤੋਂ ਹੀ ਉਸ ਨੂੰ ਦੱਸਦਾ ਹੈ। ਜੀਤੋ ਕਹਿ ਰਹੀ ਸੀ ਗੁਰਦੁਆਰੇ ਵਿੱਚ ਕੋਈ ਨਵਾਂ ਗ੍ਰੰਥੀ ਆਇਆ, ਉਸ ਨੂੰ ਮਿਲਣ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਨਵੇਂ ਗ੍ਰੰਥੀ ਨਾਲ ਗੱਲਬਾਤ ਕੀਤੀ। ਮੈਂ ਸੁਣਿਆ ਤੁਹਾਡਾ ਕੋਈ ਕੇਸ ਚੱਲ ਰਿਹਾ। ਤੁਸੀਂ ਕੋਈ ਕੰਮ ਕਰਦੇ ਹੋ? ਮੈਂ ਸਕੂਟਰਾਂ ਦਾ ਕੰਮ ਸਿੱਖ ਗਿਆ। ਕਿਸੇ ਦੀ ਦੁਕਾਨ ਤੇ ਲੱਗਿਆ ਹੋਇਆ ਸੀ। ਦੁਕਾਨ ਤੇ ਕਮਾਈ ਵਧੀਆ ਹੁੰਦੀ ਹੈ, ਪਰ ਮਜ਼ਦੂਰਾਂ ਨੂੰ ਬਹੁਤ ਘੱਟ। ਫਿਰ ਬਾਪੂ ਜੀ ਕਹਿੰਦੇ ਤੂੰ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ, ਇਹ ਵੀ ਸਾਡਾ ਹੱਕ ਹੈ। ਰੱਬਾ ਇੱਕ ਉਮੀਦ ਹੈ, ਤੂੰ ਹਰ ਵੇਲੇ ਮੇਰੇ ਨਾਲ, ਹਾਂ ਤੇਰੇ ਅੰਦਰ ਖੇਡਦਾ, ਮੈਨੂੰ ਫਿਰ ਵੀ ਤੇਰੀ ਪਾਂ। ਰਾਜੂ ਨੂੰ ਪਰਮਾਤਮਾ ਉਤੇ ਭਰੋਸਾ ਸੀ। ਹਰ ਰੋਜ਼ ਆਪਣੇ ਦਾਦਾ ਜੀ ਨਾਲ ਗੁਰਦੁਆਰਾ ਸਾਹਿਬ ਵਿੱਚ ਜਾਂਦਾ, ਪਰ ਉਸਨੂੰ ਆਪਣੇ ਘਰ ਦੀ ਗਰੀਬੀ ਦੇਖ ਕੇ ਦੁੱਖ ਹੁੰਦਾ। ਉਸਨੇ ਸੁਣਿਆ ਸੀ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਓ ਅਪਾਰ, ਆਖੇ ਮੰਗੇ ਦੇ ਦਾਤ ਕਰੇ ਦਾਤਾਰ। ਵਾਹਿਗੁਰੂ ਸਾਰਿਆਂ ਨੂੰ ਪਿਆਰ ਕਰਦਾ ਹੈ। ਇਹ ਸਭ ਕੁਝ ਉਸਦੇ ਅਟਲ ਨਿਯਮ ਵਿੱਚ ਹੋ ਰਿਹਾ। ਰੁੱਤਾਂ ਦਾ ਆਉਣਾ ਜਾਣਾ, ਸੂਰਜ, ਚੰਨ, ਤਾਰੇ, ਸਮੁੰਦਰ, ਹਵਾ, ਸਾਰਾ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੈ। ਅਸੀਂ ਮਨੁੱਖ ਸਾਰਾ ਦਿਨ ਵਾਹਿਗੁਰੂ ਤੋਂ ਕੁਝ ਨਾ ਕੁਝ ਮੰਗਦੇ ਰਹਿੰਦੇ ਹਾਂ, ਅਤੇ ਉਹ ਬਿਨਾਂ ਕਿਸੇ ਗੁੱਸੇ ਤੋਂ ਸਾਡੀ ਮੰਗ ਪੂਰੀ ਕਰਦਾ ਹੈ। ਉਸਨੇ ਘਰ ਜਾਂਦੇ ਹੋਏ ਰਸਤੇ ਵਿੱਚ ਆਪਣੇ ਦਾਦਾ ਜੀ ਨੂੰ ਹੈਰਾਨੀ ਨਾਲ ਪੁੱਛਿਆ, ਦਾਦਾ ਜੀ, ਆਪਾਂ ਜੋ ਕੁਝ ਵੀ ਵਾਹਿਗੁਰੂ ਤੋਂ ਮੰਗੀਏ, ਉਹ ਆਪਾਂ ਨੂੰ ਦੇ ਦਿੰਦੇ ਹਨ। ਬਿਲਕੁਲ ਪੁੱਤਰ, ਨੇਕ ਸੋਚ ਅਤੇ ਵਾਹਿਗੁਰੂ ਤੇ ਯਕੀਨ ਰੱਖੋ, ਸਭ ਕੁਝ ਸੰਭਵ ਹੈ। ਰਾਜੂ ਅਗਲੇ ਦਿਨ 4 ਵਜੇ ਉੱਠ ਗਿਆ। ਉਸਨੇ ਆਪਣੇ ਭਰਾ ਨੂੰ ਵੀ ਉਠਾਇਆ। ਕਿਉਂ ਰਾਜੂ, ਤੜਕੇ ਕੀ ਹੋਇਆ? ਜੇ ਤੁਹਾਡੀ ਕੋਈ ਇੱਛਾ ਹੈ ਤਾਂ ਮੇਰੇ ਨਾਲ ਵਾਹਿਗੁਰੂ ਅੱਗੇ ਚੱਲ, ਤੁਹਾਡੀ ਵੀ ਇੱਛਾ ਪੂਰੀ ਹੋਵੇਗੀ। ਸੁਖਦੇਵ ਦੀਆਂ ਅੱਖਾਂ ਖੁੱਲ੍ਹ ਗਈਆਂ ਹੈ ਅਤੇ ਇਸ਼ਨਾਨ ਕਰਕੇ ਦੋਵੇਂ ਪੂਜਾ ਪਾਠ ਵਾਲੇ ਕਮਰੇ ਵਿੱਚ ਆ ਗਏ। ਰਾਜੂ ਨੇ ਜੋਤ ਜਗਾਈ। ਹੇ ਵਾਹਿਗੁਰੂ, ਤੈਨੂੰ ਸਭ ਦੀ ਅਵਸਥਾ ਪਤਾ, ਕੀ ਬੇਨਤੀ ਕਰਾਂ? ਪਰ ਫਿਰ ਵੀ ਵਾਹਿਗੁਰੂ, ਮੇਰੇ ਡੈਡੀ ਦੀ ਵਧੀਆ ਆਮਦਨ ਹੋਵੇ ਇਸ ਵਾਰੀ। ਮੈਂ ਸਵੇਰੇ ਸ਼ਾਮ ਹਰ ਰੋਜ਼ ਜਪਜੀ ਸਾਹਿਬ ਅਤੇ ਰਹਿਰਾਸ ਸਾਹਿਬ ਪੂਰੀ ਸ਼ਰਧਾ ਨਾਲ ਕਰਾਂਗਾ। ਜਦੋਂ ਰਾਜੂ ਕਹਿ ਰਿਹਾ ਸੀ ਤਾਂ ਸੁਖਦੇਵ ਦੀਆਂ ਅੱਖਾਂ ਭਰ ਆਈਆਂ। ਉਸਨੇ ਕਦੇ ਨਹੀਂ ਸੋਚਿਆ ਸੀ ਕਿ ਨਿੱਕੇ ਰਾਜੂ ਨੂੰ ਵੀ ਘਰ ਦੀ ਚਿੰਤਾ ਹੈ। ਉਸਨੇ ਅੱਖਾਂ ਬੰਦ ਕਰਕੇ ਵਾਹਿਗੁਰੂ ਨੂੰ ਅਰਦਾਸ ਕੀਤੀ ਅਤੇ ਦੋਵੇਂ ਬਾਹਰ ਆ ਗਏ। ਵੀਰ ਜੀ, ਤੁਸੀਂ ਕੀ ਮੰਗਿਆ? ਕੋਈ ਨਾ, ਜਦ ਮੇਰੀ ਮੰਗ ਪੂਰੀ ਹੋ ਗਈ ਤੈਨੂੰ ਆਪ ਹੀ ਪਤਾ ਲੱਗ ਜਾਵੇਗਾ। ਸ਼ਾਮ ਦਾ ਸਮਾਂ ਹੈ। ਦਰਸ਼ਨ ਸਿੰਘ ਅਤੇ ਉਸ ਦਾ ਪਿਤਾ ਘਰ ਦੇ ਬਾਹਰ ਬੈਠੇ ਕੇਸ ਦੀ ਗੱਲ ਕਰ ਰਹੇ ਹਨ। ਉਸੇ ਵੇਲੇ ਮਿੱਟੀ ਉਡਾਉਂਦੀ ਇੱਕ ਜੀਪ ਉਹਨਾਂ ਦੇ ਅੱਗੇ ਆ ਕੇ ਰੁਕ ਗਈ। ਜੀਪ ਦੇ ਵਿੱਚੋਂ ਪਹਿਲਾਂ 2 ਮੁਸ਼ਟੰਡੇ ਨਿਕਲੇ ਅਤੇ ਆਲੇ ਦੁਆਲੇ ਖੜ ਗਏ। ਫਿਰ ਬਾਹਰ ਨਿਕਲਿਆ ਦਲਵੀਰ ਸਿੰਘ, ਦਰਸ਼ਨ ਸਿੰਘ ਦਾ ਚਾਚਾ, ਜਿਸ ਦੇ ਖਿਲਾਫ ਕੇਸ ਚੱਲ ਰਿਹਾ। ਹੁਣ ਤੱਕ ਜੀਤੋ ਵੀ ਬਾਹਰ ਆ ਗਈ। ਦਲਵੀਰ ਸਿੰਘ ਰੋਡਾ, ਮਦਰਾ, ਪੱਕਾ ਰੰਗ, ਗੋਲ ਮਟੋਲ। ਰਾਜੂ ਉਸ ਨੂੰ ਵੇਖ ਕੇ ਆਪਣੇ ਪਿਤਾ ਦੇ ਪਿੱਛੇ ਲੁਕ ਗਿਆ। ਓਏ ਆ ਬੈਠਾ ਮੇਰਾ ਵੀਰ। ਸਤਿ ਸ਼੍ਰੀ ਅਕਾਲ ਵੀਰੇ। ਹੋਰ ਬਈ ਦਰਸ਼ਨ ਪੁੱਤਰ, ਮੈਥੋਂ ਨਾ ਜ਼ਿਆਦਾ ਟਾਈਮ ਖੜਿਆ ਨਹੀਂ ਜਾਂਦਾ, ਇਸ ਲਈ ਤੂੰ ਕੁਰਸੀ ਲਿਆ। ਜੀਤੋ ਪੁੱਤ, ਫੋਕਾ ਪਾਣੀ ਹੀ ਲਿਆਈ, ਦੂਜਾ ਮਾਲ ਪੱਤਾ ਤਾਂ ਤੁਹਾਡੇ ਘਰੇ ਹੋਣਾ ਨਹੀਂ। ਤੇ ਇਹ ਮੇਰਾ ਸ਼ੈਤਾਨ ਪੋਤਾ, ਮੈਂ ਤੇਰਾ ਦਾਦਾ। ਡਰਨ ਦੀ ਲੋੜ ਨਹੀਂ, ਮੇਰੇ ਨਾਲ ਮੇਰੀ ਹਵੇਲੀ ਚੱਲ, ਉੱਥੇ ਤੇਰੇ ਲਈ ਬਹੁਤ ਕੁਝ। ਦਰਸ਼ਨ ਦੇ ਪਿਓ ਨੇ ਸਾਰਿਆਂ ਨੂੰ ਰੋਕਿਆ। ਕਿਸੇ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਕੁਰਸੀ ਨੂੰ ਤੂੰ ਕਿਹੜਾ ਸਾਰੀ ਰਾਤ ਚਰਚਾ ਕਰਨੀ ਆ? ਛੇਤੀ ਦੱਸ, ਕੀ ਕਹਿਣਾ?
ਜੀਤੋ ਪੁੱਤ, ਬੁੜੇ ਨੂੰ ਕੀ ਖਵਾਇਆ? ਇਹ ਤਾਂ ਬਹੁਤ ਮਿੱਠਾ ਸੀ। ਪਕਾਈ ਨਾ ਕਰ, ਜੋ ਬਕਨਾ ਬਕ ਅਤੇ ਦਫਾ ਹੋ। ਪਿੰਡ ਵਾਲਿਆਂ ਨੂੰ ਦਲਵੀਰ। ਕੀ ਹੋ ਗਿਆ? ਇਹ ਮੇਰਾ ਵੱਡਾ ਭਰਾ। ਪਰਿਵਾਰਾਂ ਵਿੱਚ ਲੜਾਈਆਂ ਹੁੰਦੀਆਂ ਰਹਿੰਦੀਆਂ। ਤੁਸੀਂ ਕੀ ਖੜੇ ਵੇਖਦੇ ਹੋ? ਜਾਓ, ਆਪਣੇ ਕੰਮ ਕਰੋ। ਚਲ ਠੀਕ ਹੈ ਵੀਰ, ਸਿੱਧਾ ਕੰਮ ਦੀ ਗੱਲ ਕਰਦੇ ਹਾਂ। ਮੈਂ ਵੀ ਜਾ ਕੇ ਸੋਮਰਸ ਪੀਣਾ ਹੈ। ਇਸ ਉਮਰ ਵਿੱਚ ਕਚਹਿਰੀਆਂ ਵਿੱਚ ਜਾਣਾ ਆਉਣਾ ਔਖਾ ਹੈ, ਇਸ ਲਈ ਆ ਚੱਕ ਅਤੇ ਭੁੱਲ ਜਾਓ ਸਭ। ਉਹ ਚਾਹੁੰਦਾ ਸੀ ਕਿ 2 ਲੱਖ ਰੁਪਏ ਨਾਲ ਸਭ ਕੁਝ ਖਤਮ ਹੋ ਜਾਵੇ। ਇੱਕ ਸਮੇਂ ਲਈ ਸਾਰੇ ਨੋਟਾਂ ਵੱਲ ਲਾਲਚ ਨਾਲ ਵੇਖਦੇ ਰਹੇ। ਪਰ ਦਰਸ਼ਨ ਦਾ ਪਿਓ ਆਪਣੀ ਗੱਲ ਉੱਤੇ ਪੱਕਾ ਸੀ। ਚੱਕ ਕੇ ਅਤੇ ਦਫਾ ਹੋ, ਨਹੀਂ ਤਾਂ ਕੇਸ ਇੱਥੇ ਹੀ ਨਿਬੜ ਜਾਊ। ਉਸ ਦੇ ਬੰਦੇ ਪੈਸੇ ਚੁੱਕ ਕੇ ਫਟਾਫਟ ਜੀਪ ਸਟਾਰਟ ਕਰਕੇ ਭੱਜ ਗਏ। ਦਰਸ਼ਨਾ ਅਤੇ ਜੀਤੋ ਹੈਰਾਨ ਸੀ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਬਾਪੂ ਦਾ ਗੁੱਸਾ ਵੇਖਿਆ ਸੀ। ਰਾਤ ਨੂੰ ਬਾਪੂ ਨੂੰ ਰੋਟੀ ਫੜਾਉਂਦੇ ਸਮੇਂ ਜੀਤੋ ਨੇ ਹੌਸਲੇ ਨਾਲ ਬਾਪੂ ਨੂੰ ਕਿਹਾ, ਬਾਪੂ ਜੀ, ਮੈਨੂੰ ਲੱਗਦਾ ਆਪਾਂ ਨੂੰ ਪੈਸੇ ਲੈ ਕੇ ਮਾਮਲਾ ਖਤਮ ਕਰਨਾ ਚਾਹੀਦਾ। ਪੁੱਤਰ ਜੀ, ਤੁਹਾਨੂੰ ਕੀ ਲੱਗਦਾ ਕਿਉਂ ਉਹ ਪੈਸੇ ਦੇਣ ਆਇਆ? ਹੁਣ ਉਸ ਨੂੰ ਪਤਾ ਹੈ ਕੇਸ ਉਹ ਹਾਰਨ ਵਾਲਾ ਹੈ। ਨਾਲੇ ਜਾਇਦਾਦ ਹੈ ਕਰੋੜਾਂ ਦੀ ਅਤੇ ਸਾਨੂੰ 2 ਲੱਖ ਰੁਪਇਆ ਦੇ ਕੇ ਚੁੱਪ ਕਰਾਉਣ ਆਇਆ ਸੀ। ਬਾਪੂ ਜੀ, ਉਹ ਤਾਂ ਗੁੰਡੇ ਬਦਮਾਸ਼ ਹਨ। ਜੇ ਕੱਲ ਨੂੰ ਕੋਈ ਵਾਰਦਾਤ ਕਰ ਦਿੱਤੀ? ਵਾਰਦਾਤ ਲਈ ਹੌਸਲਾ ਚਾਹੀਦਾ। ਇਹ ਨਸ਼ੇੜੀ ਡਰਪੋਕ ਹੁੰਦੇ ਹਨ। ਜਿਹੜੇ ਇਸ ਨੇ ਆਪਣੇ ਨਾਲ ਬੰਦੇ ਰੱਖੇ ਹਨ, ਉਹ ਸਾਰੇ ਖਾਣ ਦੇ ਕੁੱਤੇ ਹਨ। ਨਾਲੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ, ਡਰਪੋਕ ਨਹੀਂ। ਤੂੰ ਚਿੰਤਾ ਨਾ ਕਰ। ਜੇ ਇਸ ਨੇ ਕੋਈ ਗਲਤੀ ਕੀਤੀ ਤਾਂ ਕਚਹਿਰੀਆਂ ਵਿੱਚ ਕੇਸ ਖਰਾਬ ਕਰ ਲਵੇਗਾ। ਹੁਣ ਜੀਤੋ ਨੂੰ ਸੁੱਖ ਦਾ ਸਾਹ ਆਇਆ। ਬਾਪੂ ਜੀ ਨਾਲ ਗੱਲਾਂ ਕਰਕੇ ਉਸ ਨੂੰ ਹੌਸਲਾ ਆਇਆ। ਦੋ ਦਿਨ ਹੋ ਚੁੱਕੇ ਹਨ। ਨਾ ਦਰਸ਼ਨ ਸਿੰਘ ਸ਼ਹਿਰ ਤੋਂ ਵਾਪਸ ਆਇਆ ਸੀ ਅਤੇ ਨਾ ਹੀ ਬਾਪੂ ਜੀ। ਜੀਤੋ, ਰਾਜੂ ਅਤੇ ਸੁਖਦੇਵ ਬੂਹੇ ਤੇ ਬੈਠੇ ਇੰਤਜ਼ਾਰ ਕਰ ਰਹੇ ਨੇ। ਅੱਜ ਕਿਸੇ ਨੂੰ ਭੁੱਖ ਨਹੀਂ। ਰਾਜੂ ਇੱਕਦਮ ਉੱਠ ਕੇ ਅੰਦਰ ਗਿਆ, ਜਿਵੇਂ ਉਸ ਨੂੰ ਕੁਝ ਯਾਦ ਆਇਆ ਅਤੇ ਅੰਦਰੋਂ ਗੁਟਕਾ ਸਾਹਿਬ ਲਿਆਇਆ। ਇਸ ਤਰ੍ਹਾਂ ਬੈਠੇ ਰਹਿਣ ਦਾ ਕੋਈ ਫਾਇਦਾ ਨਹੀਂ। ਦਾਦਾ ਜੀ ਕਹਿੰਦੇ ਹਨ ਅਰਦਾਸ ਵਿੱਚ ਬਹੁਤ ਤਾਕਤ ਹੈ। ਵਾਹਿਗੁਰੂ ਸਭ ਜਾਣਦਾ ਹੈ। ਆਓ ਆਪਾਂ ਸੁਖਮਨੀ ਸਾਹਿਬ ਕਰਦੇ ਹਾਂ। ਸਿਮਰੋ ਸਿਮਰੇ ਸਿਮਰੇ ਸੁਖ ਪਾਵੋ ਕਲ ਕਲੇਸ਼ ਤਨ। ਉਹ ਤਿੰਨੋਂ ਪੂਰੇ ਯਕੀਨ ਨਾਲ ਗੁਰਬਾਣੀ ਪੜ੍ਹਨ ਲੱਗੇ। ਜਦੋਂ ਉਹ ਸੁਖਮਨੀ ਸਾਹਿਬ ਦੀ ਆਖਰੀ ਅਸ਼ਟਪਦੀ ਉੱਤੇ ਸੀ, ਦਰਵਾਜ਼ੇ ਅੱਗੇ ਇੱਕ ਕਾਰ ਆ ਕੇ ਰੁਕੀ। ਦਰਸ਼ਨ ਸਿੰਘ ਅਤੇ ਉਸ ਦਾ ਪਿਓ ਖੁਸ਼ੀ-ਖੁਸ਼ੀ ਬਾਹਰ ਨਿਕਲੇ। ਰਾਜੂ ਉਹਨਾਂ ਲਈ ਪਾਣੀ ਲੈ ਆਇਆ। ਜੀਤੋ ਨੇ ਪੁੱਛਿਆ, ਇੰਨੇ ਦਿਨ ਕਿੱਥੇ ਸੀ? ਸਾਡੀ ਤਾਂ ਜਾਨ ਸੁੱਕੀ ਹੋਈ ਸੀ। ਉਸ ਦੇ ਦਾਦੇ ਨੇ ਕਿਹਾ, ਪਹਿਲਾਂ ਕੀ ਬਣਾਇਆ? ਬਹੁਤ ਭੁੱਖ ਲੱਗੀ ਹੈ। ਜੀਤੋ ਕੁਝ ਸ਼ਰਮਿੰਦਾ ਹੋਈ, ਪਰ ਸੁਖਦੇਵ ਬੋਲਿਆ, ਪਹਿਲਾਂ ਤਾਂ ਸਾਨੂੰ ਵੀ ਭੁੱਖ ਨਹੀਂ ਸੀ, ਪਰ ਤੁਹਾਨੂੰ ਦੇਖ ਕੇ ਹੁਣ ਇੱਕਦਮ ਜਾਗ ਪਈ। ਦਾਦਾ ਜੀ ਹੱਸ ਪਏ। ਜਾਓ, ਤੁਸੀਂ ਦੋਵੇਂ ਜਣੇ ਕਾਰ ਵਿੱਚੋਂ ਸਮਾਨ ਕੱਢ ਲਿਆਓ। ਕਾਰ ਵਾਲੇ ਨੇ ਵਾਪਸ ਜਾਣਾ। ਗਰਮਾ-ਗਰਮ ਸਮੋਸੇ, ਪਕੌੜੇ, ਜਲੇਬੀਆਂ ਅਤੇ ਹੋਰ ਫਲ ਵਗੈਰਾ, ਕੱਪੜੇ। ਕੀ ਅਸੀਂ ਕੇਸ ਜਿੱਤ ਗਏ? ਬਿਲਕੁਲ। ਹੁਣ ਅਸੀਂ ਨਵੇਂ ਘਰ ਵਿੱਚ ਅਤੇ ਨਵੇਂ ਪਿੰਡ ਵਿੱਚ ਜਾਵਾਂਗੇ। ਪਰ ਸਾਰਿਆਂ ਦੇ ਉਦਾਸ ਚਿਹਰੇ ਵੇਖ ਕੇ, ਜਾਂ ਇੱਥੇ ਹੀ ਸਭ ਕੁਝ ਨਵਾਂ ਖਰੀਦਾਂਗੇ। ਪਰ ਪਹਿਲਾਂ ਕੱਲ ਅਸੀਂ ਸਾਰੇ ਵਾਹਿਗੁਰੂ ਦਾ ਸ਼ੁਕਰਾਨਾ ਨਾ ਕਰਨਾ ਗੁਰਦੁਆਰਾ ਸਾਹਿਬ ਜਾਵਾਂਗੇ, ਕਿਉਂਕਿ ਵਾਹਿਗੁਰੂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਔਖੀ ਘੜੀ ਵਿੱਚ ਸਬਰ ਰੱਖਣ ਦਾ, ਅਤੇ ਸਾਨੂੰ ਇਸ ਘੜੀ ਵਿੱਚੋਂ ਉਭਾਰਿਆ। 2-3
ਦਿਨ ਬਾਅਦ ਸੁਖਦੇਵ ਨੂੰ ਪਿਤਾ ਜੀ ਨੇ ਨਵੀਂ ਸਾਈਕਲ ਲੈ ਦਿੱਤੀ। ਰਾਜੂ ਨੇ ਸੁਖਦੇਵ ਨੂੰ ਕਿਹਾ, ਵੀਰ ਜੀ, ਮੈਨੂੰ ਪਤਾ ਚੱਲ ਗਿਆ, ਉਸ ਦਿਨ ਤੁਸੀਂ ਵਾਹਿਗੁਰੂ ਤੋਂ ਸਾਈਕਲ ਮੰਗਿਆ ਸੀ। ਮੇਰੇ ਮਨ ਵਿੱਚ ਸਾਈਕਲ ਦੀ ਇੱਛਾ ਸੀ, ਪਰ ਜਦੋਂ ਮੈਂ ਤੇਰੀ ਅਰਦਾਸ ਸੁਣੀ ਤਾਂ ਮੈਂ ਵੀ ਵਾਹਿਗੁਰੂ ਨੂੰ ਉਹੀ ਅਰਦਾਸ ਕੀਤੀ। ਹੁਣ ਤੂੰ ਦੇਖ ਲੈ। ਦੋਵੇਂ ਇਕੱਠੇ ਬੋਲੇ, ਧੰਨ ਗੁਰੂ ਬਿਨ ਬੋਲਿਆ ਸਭ ਕੁਝ ਜਾਣਦਾ। ਵਾਹਿਗੁਰੂ ਵਾਹਿਗੁਰੂ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਦਿਲੋਂ ਕੀਤੀ ਅਰਦਾਸ ਵਾਹਿਗੁਰੂ ਜ਼ਰੂਰ ਸੁਣਦਾ ਹੈ। ਗੋਬਿੰਦ ਦੇ ਸੂਰਮੇ ਸਿਰਫ ਯੁੱਧ ਦੇ ਮੈਦਾਨ ਵਿੱਚ ਨਹੀਂ, ਜ਼ਿੰਦਗੀ ਦੀ ਲੜਾਈ ਵਿੱਚ ਹਮੇਸ਼ਾ ਹਿੰਮਤ ਅਤੇ ਹੌਸਲਾ ਰੱਖਦੇ ਹਨ। ਦਾਦਾ ਜੀ, ਸਾਡੇ ਮਨ ਨੂੰ ਇੱਕ ਗੱਲ ਬਹੁਤ ਪਰੇਸ਼ਾਨ ਕਰਦੀ ਹੈ। ਬਿਨਾਂ ਕਿਸੇ ਡਰ ਤੋਂ ਪੁੱਛੋ। ਕਿ ਛੋਟੇ ਦਾਦਾ ਜੀ ਕੋਲ ਕੁਝ ਵੀ ਨਹੀਂ ਰਿਹਾ? ਇੱਕ ਪੈਸਾ ਵੀ ਨਹੀਂ। ਫਿਰ ਉਹ ਵਿਚਾਰੇ ਕਿਵੇਂ ਰਹਿਣਗੇ? ਤੁਹਾਡਾ ਦਿਲ ਵੀ ਮੇਰੀ ਤਰ੍ਹਾਂ ਚਿੜੀ ਵਰਗਾ ਹੈ। ਮੈਂ ਉਸ ਨੂੰ ਥੋੜੀ ਜ਼ਮੀਨ ਦਿੱਤੀ ਹੈ ਤਾਂ ਕਿ ਆਪਣੇ ਮਿਹਨਤ ਨਾਲ ਜੀਵੇ, ਨਾ ਕਿ ਵੇਲਾ ਰਹਿ ਕੇ। ਇਹ ਸੁਣ ਕੇ ਦੋਵੇਂ ਭਰਾ ਖੁਸ਼ ਹੋਏ ਅਤੇ ਖੁਸ਼ੀ-ਖੁਸ਼ੀ ਖੇਡਣ ਲਈ ਦੌੜ ਗਏ ਅਤੇ ਦਾਦਾ ਜੀ ਆਰਾਮ ਨਾਲ ਮੰਜੇ ਉੱਤੇ ਲੇਟ ਗਏ।